गुड मॉर्निंग ऑल। मैं मोनिका मेहता, साइंस विजिटर्स GSS लोहगढ़। अज तुहानूं करा रहे हैं 10वीं क्लास का लैसन सोर्सिस ऑफ एनर्जी। 15वां लैसन है, ठीक है। एज शोन इन दी पिक्चर कि जिमें दिखाया है टरबाइन चल रही हैगी है विद वाटर जैट, तो बल्ब चल रहा, सोलर पैनल, विंड वाटर तो एनर्जी किमें प्रोड्यूस करते हैं ਅਸੀਂ। we use different energy resources. These are classified into two groups, non-renewable and renewable. Renewable sources are like hydropower, geothermal energy, wind energy, biogas energy, जिन्हां तो उन्होंने असी दोबारा रिन्यू कर सकीए, solar energy. Non-renewable resources of energy that are used can't be renewed again, like fossil fuel, coal, petroleum, diesel, natural gas and nuclear energy that are non-renewable resources of energy. ਇਹ ਨੋਨ ਰੀਨੇਬਲ ਰਿਸੋਰਸਿਸ ਜਿਹੜੇ ਹੁੰਦੇ ਆ ਇਹ ਸ਼ਾਰਟ ਪੀਰੀਅਡ ਲਈ ਹੁੰਦੇ ਆ, ਇਹਨਾਂ ਨੂੰ ਇੱਕ ਵਾਰੀ ਯੂਜ਼ ਕਰ ਲਿਆ ਤਾਂ ਅਸੀਂ ਦੁਬਾਰਾ ਨਹੀਂ ਰੀਨਿਊਏਬਲ ਸੋਰਸ ਜਿਹੜੇ ਹੈਗੇ ਆ ਇਜ਼ ਏ ਨੈਚੁਰਲ ਸੋਰਸ ਦੈਟ ਇਜ਼ ਰਿਪਲੇਸਡ ਇਨ ਸ਼ੋਰਟ ਪੀਰੀਅਡ ਆਫ ਟਾਈਮ। ਜਿਵੇਂ ਵਿੰਡ ਤੋਂ ਐਨਰਜੀ ਤੁਸੀਂ ਦੁਬਾਰਾ obtain ਕਰ ਸਕਦੇ ਹੋ, ਹਾਈਡਰੋ ਪਾਵਰ ਤਾਂ ਰੀਨਿਊਏਬਲ ਸੋਰਸਿਸ ਹੋਣਗੇ। ਨੋਨ ਰੀਨਿਊਏਬਲ ਰਿਸੋਰਸਿਸ ਜਿਨ੍ਹਾਂ ਨੂੰ ਅਸੀਂ ਅਗਰ ਕੰਜ਼ਿਊਮ ਕਰ ਲਿਆ ਤਾਂ ਦੁਬਾਰਾ ਉਹਨਾਂ ਨੂੰ ਰੀਗੇਨ ਕਰਨ ਲਈ 1000 ਐਂਡ ਮਿਲੀਅਨ ਈਅਰਸ ਲੱਗ ਜਾਣਗੇ। ਲਾਈਕ ਕੋਲਾ ਇਹ ਜੇ ਖਤਮ ਹੋ ਗਿਆ, ਕਿਉਂਕਿ ਤੁਹਾਨੂੰ ਪਤਾ ਹੈ ਕਿ ਕੋਲਾ ਕਿਵੇਂ ਬਣਿਆ, ਜੰਗਲਾਂ ਦੀ ਕਾਰਬੋਨਾਈਜੇਸ਼ਨ ਦੇ ਪ੍ਰੋਸੈਸ ਰਾਹੀਂ, ਪੈਟਰੋਲੀਅਮ ਵਗੈਰਾ, ਠੀਕ ਹੈ। ਜਿਹੜੇ ਜੀਵ ਜੰਤੂ, ਪੌਦੇ, ਬਨਸਪਤੀ ਧਰਤੀ ਦੀਆਂ ਲੇਅਰਾਂ ਦੇ ਵਿੱਚ ਦਬ ਜਾਂਦੇ ਹੈਗੇ ਆ ਆਫਟਰ ਲੌਂਗ ਪੀਰੀਅਡ ਹਾਈ ਟੈਂਪਰੇਚਰ ਅਤੇ ਪ੍ਰੈਸ਼ਰ ਦੇ ਕਰਕੇ ਦੇ ਆਰ ਕਨਵਰਟਡ ਇਨਟੂ ਦੀ ਕੋਲ, ਗੈਸ, ਪੈਟਰੋਲੀਅਮ, ਡੀਜ਼ਲ ਐਕਸਟਰਾ। ਤਾਂ ਕਰਕੇ ਇਹਨਾਂ ਨੂੰ ਨੋਨ ਰੀਨੇਬਲ ਰਿਸੋਰਸਿਸ ਨੂੰ ਇੱਕ ਵਾਰੀ ਕੰਜ਼ਿਊਮ ਕਰ ਲਈਏ, ਉਹਨਾਂ ਨੂੰ ਦੁਬਾਰਾ ਰੀਗੇਨ ਨਹੀਂ ਕੀਤਾ ਜਾ ਸਕਦਾ। ਦੈਨ ਰੀਨੇਬਲ ਐਨਰਜੀ ਸੋਰਸਿਸ ਲਾਈਕ ਸੋਲਰ ਐਨਰਜੀ ਹੈਗੀ ਆ, ਵਿੰਡ ਐਨਰਜੀ ਹੈ। ਹਾਊ ਮਚ ਯੂ ਕੈਨ ਯੂਜ਼, ਜਿੰਨੀ ਮਰਜ਼ੀ ਅਨਲਿਮਿਟਡ ਯੂਜ਼ ਕਰ ਸਕਦੇ ਹੈਗੇ ਹੋ ਵਾਟਰ ਤੋਂ, ਠੀਕ ਹੈ। ਟਾਈਡਲ ਐਨਰਜੀ, ਬਾਇਓਗੈਸ ਐਨਰਜੀ ਐਂਡ ਜੀਓਥਰਮਲ ਐਨਰਜੀ, ਧਰਤੀ ਹੇਠਲੀ ਊਰਜਾ ਨੂੰ ਅਸੀਂ ਕੀ ਹੈ ਦੁਬਾਰਾ ਯੂਜ਼ ਕਰ ਸਕਦੇ ਹੈਗੇ ਆ। ਤਾਂ ਇਹ ਕੀ ਹੈ ਰੀਨਿਊਏਬਲ ਐਨਰਜੀ ਰਿਸੋਰਸਿਸ ਹੈਗੇ ਆ। ਨੋਨ ਰੀਨਿਊਏਬਲ ਐਨਰਜੀ ਰਿਸੋਰਸਿਸ ਜਿਨ੍ਹਾਂ ਨੂੰ ਦੁਬਾਰਾ ਗੇਨ ਨਹੀਂ ਕੀਤਾ ਜਾ ਸਕਦਾ ਇੱਕ ਵਾਰੀ ਕੰਜ਼ਿਊਮ ਕਰਨ ਤੋਂ ਬਾਅਦ, ਜਿਵੇਂ ਕਰੂਡ ਆਇਲ, ਕੋਲ, ਯੂਰੇਨੀਅਮ, ਨੈਚੁਰਲ ਗੈਸ ਐਕਸਟਰਾ। ਰੀਨਿਊਏਬਲ 'ਚ ਸੋਲਰ ਐਨਰਜੀ, ਵਿੰਡ ਐਨਰਜੀ ਦਿਖਾਈ ਹੈਗੀ ਆ। ਸੋਲਰ ਐਨਰਜੀ ਅਸੀਂ ਸੋਲਰ ਪੈਨਲ ਯੂਜ਼ ਕਰਦੇ ਹਾਂ ਸਨ ਦੀ ਐਨਰਜੀ ਨੂੰ ਯੂਜ਼ ਕਰਨ ਲਈ, ਐਜ਼ ਸ਼ੋਨ ਇਨ ਦੀ ਡਾਇਗਰਾਮ ਕਿ ਫੋਟੋਵੋਲਟਿਕ ਸੋਲਰ ਪੈਨਲਸ ਹੁੰਦੇ ਆ ਜਿਹੜੇ ਸਨਲਾਈਟ ਨੂੰ ਇਲੈਕਟ੍ਰੀਸਿਟੀ 'ਚ ਕਨਵਰਟ ਕਰਦੇ ਆ। ਇਹਨਾਂ ਨੂੰ ਅਸੀਂ ਘਰ ਦੇ ਦੀਆਂ ਜਾਂ ਫੈਕਟਰੀਜ਼ ਦੀਆਂ ਛੱਤਾਂ ਵਗੈਰਾ 'ਤੇ ਲਗਾ ਸਕਦੇ ਹਾਂ। ਸੋਲਰ ਪੈਨਲ ਕੀ ਕਰਨਗੇ, ਇਲੈਕਟ੍ਰੀਸਿਟੀ ਨੂੰ ਕੰਸਨਟਰੇਟ ਕਰਕੇ ਜਮ੍ਹਾਂ ਕਰ ਲੈਣਗੇ ਸਿਲੀਕੋਨ ਚਿਪ 'ਚ। ਉੱਥੋਂ ਇਹ ਇਲੈਕਟ੍ਰੀਸਿਟੀ ਕਿੱਥੇ ਜਾਂਦੀ ਹੈ, ਆਈਸੋਲੇਟਰਸ 'ਚ, ਔਰ ਦਿਸ ਕੈਨ ਬੀ ਸਟੋਰਡ ਇਨ ਦੀ ਬੈਟਰੀ ਐਕਸਟਰਾ ਔਰ ਕੈਨ ਬੀ ਸਰਪਲਸ ਜਿਹੜੀ ਹੈਗੀ ਆ ਉਹ ਐਕਸਪੋਰਟ ਕਰ ਸਕਦੇ ਹਾਂ। ਇਹ DC ਤੋਂ AC ਇਨਵਰਟਰ 'ਚ ਵੀ ਕਨਵਰਟ ਕਰ ਸਕਦੇ ਹਾਂ। ਇੱਦਾਂ ਸੋਲਰ ਐਨਰਜੀ ਨੂੰ ਅਸੀਂ ਯੂਜ਼ ਕਰਦੇ ਹਾਂ ਵਿਦ ਦੀ ਹੈਲਪ ਆਫ ਫੋਟੋ ਵੋਲਟਿਕ ਸੈਲਜ਼। ਇਹਨਾਂ ਦੇ ਵਿੱਚ ਸਿਲੀਕੋਨ ਦੀ ਚਿਪ ਬਣੀ ਹੁੰਦੀ ਹੈ। ਸੋਲਰ ਐਨਰਜੀ ਨੂੰ ਅਸੀਂ ਵਾਟਰ ਹੀਟਰ, ਹੌਟ ਵਾਟਰ ਸਿਸਟਮ ਜਿਵੇਂ ਦਿਖਾਇਆ ਹੈਗਾ, ਥਰਮਲ ਸੋਲਰ ਪੈਨਲ ਜਿਹੜੇ ਹੈਗੇ ਆ ਸਨਲਾਈਟ ਨੂੰ ਹੀਟ 'ਚ ਕਨਵਰਟ ਕਰਦੇ ਆ। ਤਾਂ ਇਹ ਪੈਨਲ ਜੋ ਹੈ ਹੀਟ ਨੂੰ ਟਰੈਪ ਕਰਨਗੇ, ਉੱਥੋਂ ਗਰਮ ਪਾਣੀ, ਠੀਕ ਹੈ, ਫਲੋ ਕਰ ਰਿਹਾ ਹੈਗਾ। ਜਿਵੇਂ ਦਿਖਾਇਆ ਹੈਗਾ ਮੇਨ ਤੋਂ ਪਾਣੀ ਆ ਰਿਹਾ ਹੈਗਾ, ਬਲਿਊ ਵਾਲਾ ਠੰਡਾ ਪਾਣੀ ਹੈ ਅਤੇ ਰੈੱਡ ਵਾਲਾ ਹੌਟ ਵਾਟਰ ਹੈ। ਇੱਦਾਂ ਵੱਡੇ ਵੱਡੇ ਹੋਟਲਾਂ ਵਗੈਰਾ 'ਚ ਬੋਇਲਰਸ, ਠੀਕ ਹੈ, ਇੱਦਾਂ ਪਾਣੀ ਨੂੰ ਹੀਟ ਕੀਤਾ ਜਾਂਦਾ ਹੈ। ਸੋਲਰ ਐਨਰਜੀ ਦੇ ਫਾਇਦੇ ਕੀ ਹੈ, ਇਸ ਤੋਂ ਕਾਰਬਨ ਡਾਈਆਕਸਾਈਡ ਐਮਿਸ਼ਨ ਨਹੀਂ ਹੁੰਦੀ, ਠੀਕ ਹੈ। ਇਟ ਵਿਲ ਨੋਟ ਰਨ ਆਊਟ, ਦੀ ਸਨਸ਼ਾਈਨ ਐਵਰੀ ਡੇ ਐਂਡ ਇਟ ਇਜ਼ ਫਰੀ। ਇਹ ਫਰੀ ਹੈ, ਈਜ਼ੀ ਟੂ ਮੇਨਟੇਨ ਹੈਗੀ ਹੈ ਅਤੇ ਇਹਨਾਂ ਤੋਂ ਕੋਈ ਵੀ ਨੋਇਸ ਪੋਲਿਊਸ਼ਨ ਨਹੀਂ ਹੁੰਦਾ। ਇਹਦੇ ਡਿਸਐਡਵਾਂਟੇਜ ਕੀ ਹੈ, ਐਕਸਪੈਂਸਿਵ ਹੈਗੀ ਹੈ, ਇਲੈਕਟ੍ਰੀਸਿਟੀ ਰਾਤ ਨੂੰ ਨਹੀਂ ਪ੍ਰੋਡਿਊਸ ਕਰ ਸਕਦੀ ਕਿਉਂਕਿ ਸਨਲਾਈਟ ਨਹੀਂ ਹੁੰਦੀ। ਪੈਨਲਸ ਟੇਕ ਮਚ ਸਪੇਸ, ਸੋਲਰ ਪੈਨਲ ਲਾਉਣ ਲਈ ਜਗ੍ਹਾ ਚਾਹੀਦੀ ਹੈ। ਵੀ ਨੀਡ ਲੋਟ ਆਫ ਸੋਲਰ ਪੈਨਲ ਟੂ, ਜ਼ਿਆਦਾ ਇਲੈਕਟ੍ਰੀਸਿਟੀ ਲੈਣ ਲਈ ਸਾਨੂੰ ਜ਼ਿਆਦਾ ਸੋਲਰ ਪੈਨਲ ਲਗਾਉਣੇ ਪੈਣਗੇ। ਇਹ ਸੀਗੇ ਸੋਲਰ ਐਨਰਜੀ ਨੂੰ ਯੂਟੀਲਾਈਜ਼ ਕਰਨ ਦੇ ਫਾਇਦੇ ਅਤੇ ਨੁਕਸਾਨ।
ਦੈਨ ਹਾਈਡਰੋ ਇਲੈਕਟ੍ਰੀਕਲ ਐਨਰਜੀ। ਹਾਈਡਰੋ ਇਲੈਕਟ੍ਰੀਕਲ ਐਨਰਜੀ ਨੂੰ ਅਸੀਂ ਪਾਣੀ ਤੋਂ ਜੋ ਊਰਜਾ ਪ੍ਰਾਪਤ ਹੁੰਦੀ ਹੈਗੀ ਆ, ਵਾਟਰ ਨੂੰ ਅਸੀਂ ਇਲੈਕਟ੍ਰੀਸਿਟੀ 'ਚ ਕਨਵਰਟ ਕਰਦੇ। ਇੱਕ ਡੈਮ ਜਾਂ ਰਿਜ਼ਰਵਾਇਰ 'ਤੇ ਪਾਣੀ ਖੜਾ ਕਰ ਲਿੱਤਾ ਜਾਂਦਾ, ਉੱਥੋਂ ਫਲੋ ਕੀਤਾ ਜਾਂਦਾ, ਤਾਂ ਟਰਬਾਈਨ ਦੇ ਜਿਹੜੇ ਬਲੇਡ ਆ ਘੁੰਮਣਗੇ ਐਜ਼ਰ ਉਹਦੀ ਸ਼ਾਫਟ ਜਨਰੇਟਰ ਦੇ ਨਾਲ ਲਗਾਈ ਹੁੰਦੀ ਹੈ, ਜਨਰੇਟਰ ਘੁੰਮੇਗਾ ਅਤੇ ਉਹ ਉੱਥੋਂ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਹੈ। ਹਾਈਡਰੋ ਪਾਵਰ ਸਟੇਸ਼ਨ ਦੇ ਵਿੱਚ ਪੋਟੈਂਸ਼ੀਅਲ ਐਨਰਜੀ ਜਿਹੜੀ ਹੈਗੀ ਹੈ ਇਲੈਕਟ੍ਰੀਕਲ ਐਨਰਜੀ 'ਚ ਕਨਵਰਟ ਹੁੰਦੀ ਹੈ। ਹਾਈਡਰੋ ਇਲੈਕਟ੍ਰੀਕਲ ਪਾਵਰ ਨੂੰ ਅਸੀਂ ਦੇਖ ਸਕਦੇ ਹਾਂ, ਡੈਮ ਹੈ, ਡੈਮ 'ਤੇ ਪਾਣੀ ਸਟੋਰ ਕਰਦੇ ਹਾਂ, ਫਿਰ ਇਹਨਾਂ ਨੂੰ ਟਰਬਾਈਨਸ ਤੱਕ ਪਹੁੰਚਾਉਂਦੇ ਹਾਂ। ਟਰਬਾਈਨਸ 'ਤੇ ਫੋਰਸ ਲੱਗਦੀ ਹੈ ਵਾਟਰ ਦੀ, ਤਾਂ ਐਜ਼ ਏ ਰਿਜ਼ਲਟ ਟਰਬਾਈਨ ਦੀ ਸ਼ਾਫਟ ਘੁੰਮਣਾ ਸ਼ੁਰੂ ਕਰਦੀ ਹੈ ਅਤੇ ਜਨਰੇਟਰ ਜਿਹੜੇ ਹੈਗੇ ਆ ਸਪਿਨ ਕਰਨਗੇ, ਉਹਦੇ ਨਾਲ ਇਲੈਕਟ੍ਰੀਸਿਟੀ ਪ੍ਰੋਡਿਊਸ ਹੁੰਦੀ ਹੈ। ਇਲੈਕਟ੍ਰੀਸਿਟੀ ਨੂੰ ਅੱਗੇ ਤਾਰਾਂ ਰਾਹੀਂ ਸਪਲਾਈ ਕਰ ਦਿੱਤਾ ਜਾਂਦਾ ਹੈਗਾ। ਇਹ ਹੈਗਾ ਹਾਈਡਰੋ ਇਲੈਕਟ੍ਰੀਕਲ ਪਾਵਰ ਪਲਾਂਟ ਦੇ ਵਿੱਚ ਕਿਵੇਂ ਇਲੈਕਟ੍ਰੀਸਿਟੀ ਫਰੋਮ ਦੀ ਵਾਟਰ ਜਨਰੇਟ ਕੀਤੀ ਜਾਂਦੀ ਹੈ। ਜਰਨੀ ਆਫ ਦੀ ਹਾਰਟ ਆਫ ਐਨਰਜੀ। ਹਾਈਡਰੋ ਪਾਵਰ ਐਨਰਜੀ ਦੇ ਫਾਇਦੇ ਕੀ ਹੈ? ਇਹਦੇ ਨਾਲ ਵੀ ਕਾਰਬਨ ਡਾਈਆਕਸਾਈਡ ਐਮਿਸ਼ਨ ਨਹੀਂ ਹੁੰਦੀ, ਵਾਟਰ ਪਲੂਟ ਨਹੀਂ ਹੁੰਦਾ। ਰੇਨਫਾਲ ਰਿਨਿਊਜ਼ ਦੀ ਵਾਟਰ ਇਨ ਰਿਜ਼ਰਵਾਇਰ। ਠੀਕ ਹੈ, ਜਿਵੇਂ ਰੇਨਫਾਲ ਦੇ ਨਾਲ ਪਾਣੀ ਨਵਾਂ ਹੋਰ ਜਮ੍ਹਾਂ ਹੋ ਜਾਂਦਾ ਤਾਂ ਇਹ ਫ੍ਰੀ ਆ। ਇਲੈਕਟ੍ਰੀਸਿਟੀ ਜਿਹੜੀ ਹੈਗੀ ਆ ਕੈਨ ਬੀ 24 ਆਵਰਸ 'ਚ ਅਗਰ ਪਾਣੀ ਇਨਫ ਹੈਗਾ ਤਾਂ ਜਨਰੇਟ ਕਰ ਸਕਦੇ ਆ। ਇਹਦੇ ਡਿਸਐਡਵਾਂਟੇਜ ਕੀ ਹੈ? ਸਾਨੂੰ ਵੱਡੇ ਡੈਮ ਬਣਾਉਣੇ ਪੈਂਦੇ ਆ ਅਤੇ ਡੈਮਸ ਦੇ ਕਰਕੇ ਫਲੱਡ ਆ ਜਾਂਦੇ ਆ, ਜਿਹਦੇ ਨਾਲ ਲੋਕਾਂ ਨੂੰ ਅਤੇ ਐਨੀਮਲਸ ਦੀ ਲਾਈਫ ਨੂੰ ਖਤਰਾ ਹੋ ਜਾਂਦਾ ਹੈ। ਔਰ ਸੂਟੇਬਲ ਸਾਈਟ ਫਾਈਂਡ ਆਊਟ ਕਰਨੀ ਡੈਮ ਬਣਾਉਣ ਲਈ ਇਹ ਵੀ ਡਿਫੀਕਲਟ ਹੁੰਦੀ ਹੈ। ਪ੍ਰੋਡਕਸ਼ਨ ਆਫ ਇਲੈਕਟ੍ਰੀਸਿਟੀ ਕੈਨ ਬੀ, ਅਗਰ ਪਾਣੀ ਦੀ ਕਮੀ ਹੋ ਜੇ ਤਾਂ ਇਲੈਕਟ੍ਰੀਸਿਟੀ ਜਨਰੇਟ ਕਰਨਾ ਮੁਸ਼ਕਿਲ ਹੋ ਜਾਂਦਾ ਹੈਗਾ, ਤਾਂ ਰਿਜ਼ਰਵਾਇਰ ਕਰਨ ਲਈ ਪਾਣੀ ਕੀ ਆ ਇਨਫ ਨਹੀਂ ਹੈਗਾ। ਦੈਨ ਟਾਈਡਲ ਐਨਰਜੀ। ਟਾਈਡਲ ਇਹ ਵੀ ਹਾਈਡਰੋ ਇਲੈਕਟ੍ਰੀਕਲ ਪਾਵਰ ਦੀ ਤਰ੍ਹਾਂ ਹੀ ਹੈ। ਇਹਦੇ ਵਿੱਚ ਵੀ ਜੋ ਟਾਈਡਸ ਹੈ, ਠੀਕ ਹੈ, ਜਵਾਰ ਭੱਟਾ ਆਉਂਦਾ ਹੈ, ਵੇਵਜ਼ ਰਾਈਜ਼ ਹੁੰਦੀ ਆ, ਉਹਦੇ ਨਾਲ ਟਰਬਾਈਨ ਰੋਟੇਟ ਕੀਤੀ ਜਾਂਦੀ ਹੈ, ਫਿਰ ਉਹਦੀ ਸ਼ਾਫਟ ਰੋਟੇਟ ਕਰੇਗੀ ਉਹ ਜਨਰੇਟਰ ਦੇ ਵਿੱਚ, ਠੀਕ ਹੈ। ਜਨਰੇਟਰ ਦੀ ਕੋਇਲਸ ਘੁੰਮਣਗੀਆਂ, ਐਜ਼ ਏ ਰਿਜ਼ਲਟ ਇਲੈਕਟ੍ਰੀਸਿਟੀ ਟਰਾਂਸਪੋਰਟ ਕੀਤੀ ਜਾਂਦੀ ਹੈਗੀ ਥਰੂ ਦੀ ਵਾਇਰਸ। ਅਤੇ ਸੇਮ ਹੀ ਹੈਗੀ ਆ ਟਾਈਡਲ ਐਨਰਜੀ, ਜਿਵੇਂ ਹਾਈਡਰੋ ਐਨਰਜੀ ਯੂਜ਼ ਕਰਦੇ ਉੱਥੋਂ ਡੈਮ ਤੋਂ ਫੁੱਲ ਕਰਾਉਂਦੇ ਆ, ਇਹ ਵੇਵਜ਼ ਰਾਹੀਂ ਜੋ ਟਰਬਾਈਨ ਘੁੰਮਦੀ ਹੈਗੀ ਇਹਨੂੰ ਟਾਈਡਲ ਐਨਰਜੀ ਕਹਿੰਦੇ ਆ। ਦੈਨ ਵਿੰਡ ਐਨਰਜੀ। ਵਿੰਡ ਐਨਰਜੀ ਹਵਾ ਤੋਂ ਜੋ ਐਨਰਜੀ ਪ੍ਰੋਡਿਊਸ ਕੀਤੀ ਜਾਂਦੀ ਆ, ਹਵਾ ਦੇ ਨਾਲ ਬਲੇਡ ਘੁੰਮਦੇ ਆ, ਬਲੇਡ ਦੇ ਨਾਲ ਸ਼ਾਫਟ ਲੱਗੀ ਹੁੰਦੀ ਹੈ, ਸ਼ਾਫਟ ਘੁੰਮੇਗੀ, ਉਹ ਜਨਰੇਟਰ ਉਹਦੇ ਨਾਲ ਉਹ ਜਨਰੇਟਰ ਲੱਗਿਆ ਹੋਇਆ ਅਤੇ ਵਾਇਰਸ ਦੇ ਰਾਹੀਂ ਇਲੈਕਟ੍ਰੀਸਿਟੀ ਫਿਰ ਟਰਾਂਸਫਾਰਮਰ ਰਾਹੀਂ ਟਰਾਂਸਫਾਰਮ ਕੀਤੀ ਜਾਂਦੀ ਹੈਗੀ ਆ। ਤਾਂ ਹਵਾ ਦੇ ਕਰਕੇ ਜੋ ਐਨਰਜੀ ਪ੍ਰੋਡਿਊਸ ਹੋ ਰਹੀ ਹੈਗੀ ਆ, ਟਰਬਾਈਨਸ ਵਗੈਰਾ ਘੁੰਮ ਰਹੀਆਂ ਹੈਗੀਆਂ, ਤਾਂ ਇਹ ਸਾਰਾ ਸੇਮ ਹੀ ਕੰਸੈਪਟ ਹੈਗਾ। ਦੀ ਵਿੰਡ ਐਨਰਜੀ ਇਜ਼ ਕਨਵਰਟਡ ਇਨਟੂ ਮੀਨਸ ਕਿਨੈਟਿਕ ਐਨਰਜੀ ਇਜ਼ ਕਨਵਰਟਡ ਇਨਟੂ ਇਲੈਕਟ੍ਰੀਕਲ ਐਨਰਜੀ। ਵਿੰਡ ਟਰਬਾਈਨ ਡਾਇਗਰਾਮ। ਇਸ ਦੇ ਵਿੱਚ ਬਲੇਡ ਘੁੰਮ ਰਹੇ ਆ, ਬਲੇਡਸ ਦੇ ਨਾਲ ਕੇ ਲੱਗੇ ਹੋਈ ਹੈ ਰੋਟੇਟਿੰਗ ਸ਼ਾਫਟ ਜਨਰੇਟਰ ਨਾਲ ਕਨੈਕਟਡ ਹੈਗੀ ਹੈ। ਐਜ਼ ਅ ਰਿਜ਼ਲਟ ਜਨਰੇਟਰ ਦੀ ਕੋਇਲਸ ਜੋ ਹੈ ਸਪਿਨ ਕਰੇਗੀ ਔਰ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ ਵਿੰਡ ਮਿਲਸ, ਠੀਕ ਹੈ। ਵਿੰਡ ਐਨਰਜੀ ਦੇ ਫਾਇਦੇ ਦੇ ਨਾਲ ਵੀ ਕਾਰਬਨ ਡਾਈਆਕਸਾਈਡ ਨਹੀਂ ਨਿਕਲਦੀ ਹੈਗੀ, ਜਿੰਨੀ ਦੇਰ ਹਵਾ ਚੱਲਦੀ ਉਨੀ ਦੇਰ ਇਹ ਚੱਲੇਗੀ। ਵਿੰਡ ਮਿਲ ਦੇ ਨੀਚੇ ਦੀ ਜਗ੍ਹਾ 'ਤੇ ਤੁਸੀਂ ਯੂਜ਼ ਕਰ ਸਕਦੇ ਹੋ ਫਾਰਮਿੰਗ ਲਈ, ਔਰ 24 ਆਵਰਸ ਇਹਨੂੰ ਇਹ ਤੋਂ ਵਿੰਡ ਐਨਰਜੀ ਪ੍ਰੋਡਿਊਸ ਕਰ ਸਕਦੇ ਆ। ਸੇਮ ਹੀ ਐਡਵਾਂਟੇਜ ਵਿੰਡ ਵਾਟਰ ਜੀਓ ਥਰਮਲ ਐਨਰਜੀ। ਡਿਸਐਡਵਾਂਟੇਜ ਕੀ ਹੈ? ਜਿੱਥੇ ਹਵਾ ਨਹੀਂ ਹੈਗੀ ਉੱਥੇ ਇਹਨੂੰ ਜਨਰੇਟ ਨਹੀਂ ਕਰ ਸਕਦੇ, ਏਰੀਆ ਜ਼ਿਆਦਾ ਚਾਹੀਦਾ। ਵਿੰਡ ਅਗਰ ਵਿੰਡ ਚੱਲੇਗੀ ਤਾਂਹੀਓ, ਠੀਕ ਹੈ, ਸਾਡੀ ਇਹ ਚੱਲਦੀ ਹੈਗੀ ਹੈ। ਔਰ ਸੂਟੇਬਲ ਏਰੀਆ ਫॉर ਵਿੰਡ ਫਾਰਮਸ ਆਰ ਆਫਟਰ ਨੀਅਰ ਦੀ ਕੋਸਟ ਵੇਅਰ ਦੀ ਲੈਂਡ, ਠੀਕ ਹੈ। ਕੋਸਟਲ ਏਰੀਆ ਦੇ ਨੇੜੇ ਅਸੀਂ ਵਿੰਡ ਫਾਰਮ ਲਗਾਉਂਦੇ ਹਾਂ, ਪਰ ਉਹ ਐਕਸਪੈਂਸਿਵ ਹੁੰਦੇ ਆ। ਇਹਦੇ ਬਲੇਡਸ ਚੱਲਣ ਨਾਲ ਪੰਛੀ ਵਗੈਰਾ ਮਰ ਸਕਦੇ, ਇਹਦੇ ਨਾਲ ਨੋਇਸ ਵੀ ਪ੍ਰੋਡਿਊਸ ਹੁੰਦੀ ਹੈ। ਦੈਨ ਜੀਓ ਥਰਮਲ ਪਾਵਰ ਪਲਾਂਟ। ਜੀਓ ਥਰਮਲ ਐਨਰਜੀ ਮੀਨਸ ਧਰਤੀ ਹੇਠਲੀ ਊਰਜਾ। ਧਰਤੀ ਦੇ ਤੁਸੀਂ ਦੇਖ ਸਕਦੇ ਹੋ ਅੰਦਰ ਕੀ ਹੈ, ਹੌਟ ਲਾਵਾ ਵਗੈਰਾ ਹੈਗਾ ਗਰਮ, ਅੰਦਰੋਂ ਇਨਸਾਈਡ ਜਿਹੜੀ ਧਰਤੀ ਦੀ ਕੋਰ ਹੈ ਤਾਂ ਉਹਦੇ ਵਿੱਚੋਂ ਲੋਟ ਆਫ ਹੀਟ ਜਨਰੇਟਡ। ਜੀਓ ਥਰਮਲ ਸਟੇਸ਼ਨ ਦੇ ਵਿੱਚ ਹੀਟ ਨੂੰ ਇਲੈਕਟ੍ਰੀਸਿਟੀ 'ਚ ਕਨਵਰਟ ਕੀਤਾ ਜਾਂਦਾ ਅਤੇ ਘਰਾਂ ਨੂੰ ਗਰਮ ਕਰਨ ਲਈ ਯੂਜ਼ ਕੀਤਾ ਜਾਂਦਾ ਹੈ। ਜਿਵੇਂ ਦਿਖਾਇਆ ਹੈਗਾ ਧਰਤੀ ਹੇਠਲੀ ਗਰਮੀ ਦੇ ਨਾਲ ਪਾਣੀ ਗਰਮ ਕੀਤਾ ਜਾਂਦਾ ਸਟੀਮ ਦੇ ਰਾਹੀਂ,
ਠੀਕ ਹੈ, ਟਰਬਾਈਨ ਚਲਾਈ ਜਾਂਦੀ ਹੈਗੀ ਆ, ਫਿਰ ਜਨਰੇਟਰ ਦੇ ਨਾਲ ਉਹ ਕਨੈਕਟਡ ਹੈਗਾ ਤਾਂ ਇਲੈਕਟ੍ਰਿਸਿਟੀ ਪ੍ਰੋਡਿਊਸ ਹੁੰਦੀ ਹੈਗੀ ਆ। ਤਾਂ ਦਿਸ ਵੇ ਇਹ ਜਿਹੜੀ ਜੀਓਥਰਮਲ ਐਨਰਜੀ ਹੈਗੀ ਆ ਪਲਾਂਟ, ਇਹਨੂੰ ਅਸੀਂ ਯੂਜ਼ ਕਰਦੇ ਹੈਗੇ ਆ ਟੂ ਜਨਰੇਟ ਦੀ ਇਲੈਕਟ੍ਰੀਸਿਟੀ। ਐਡਵਾਂਟੇਜ ਕੀ ਹੈ, ਸੇਮ ਕਾਰਬਨ ਡਾਈਆਕਸਾਈਡ ਪੋਲਿਊਸ਼ਨ ਨਹੀਂ ਹੋਏਗਾ ਔਰ ਇਟ ਵਿਲ ਨੋਟ ਰਨ ਆਊਟ, ਕਿਉਂਕਿ ਧਰਤੀ ਦੇ ਅੰਦਰੋਂ ਜਿਹੜੀ ਹੀਟ ਹੈ ਉਹ ਨਿਕਲਦੀ ਰਹੇਗੀ, ਵੈਦਰ 'ਤੇ ਵੀ ਡਿਪੈਂਡ ਕਰਦੀ ਔਰ 24 ਆਵਰ ਅਵੇਲੇਬਲ ਹੈਗੀ ਹੈ। ਡੇਂਜਰਸ ਇਹਦੇ ਡਿਸਐਡਵਾਂਟੇਜ ਕੀ ਹੈ, ਕਈ ਵਾਰੀ ਮਿਨਰਲਸ ਜਾਂ ਡੇਂਜਰਸ ਗੈਸਿਸ ਵੀ ਬਾਹਰ ਆ ਜਾਂਦੀਆਂ ਹੈਗੀਆਂ ਵਿਦ ਦੀ ਐਨਰਜੀ ਉਹਨਾਂ ਪਾਈਪਸ ਰਾਹੀਂ। ਦੇ ਆਰ ਨੋਟ ਘੱਟ ਹੀ ਬਣਾਏ ਹੋਏ ਆ ਸਟੇਸ਼ਨ, ਠੀਕ ਹੈ। ਦੇਰ ਆਰ ਨੋਟ ਮੈਨੀ ਪਲੇਸਿਸ ਵੇਅਰ ਯੂ ਕੈਨ ਬਿਲਡ ਦੀ ਜੀਓਥਰਮਲ, ਜ਼ਿਆਦਾ ਜਗ੍ਹਾ ਨਹੀਂ ਹੈਗੀ ਜਿੱਥੇ ਜੀਓਥਰਮਲ ਪਾਵਰ ਐਨਰਜੀ ਜਨਰੇਟ ਕਰ ਸਕਦੇ ਆ। ਬਾਇਓ ਐਨਰਜੀ ਦਾ ਮੀਨਸ ਹੈਗਾ ਔਰਗੈਨਿਕ ਮੈਟਰ ਦੀ ਜਦੋਂ ਡੈਡ ਐਂਡ ਡਿਕੇ ਹੁੰਦੀ ਹੈ, ਰੈਸਪੀਰੇਸ਼ਨ ਯੂ ਕੈਨ ਸੇ ਅਪਘਟਨ ਹੁੰਦਾ, ਬਾਇਓਡੀਗ੍ਰੇਡੇਸ਼ਨ ਹੋਏਗੀ ਤਾਂ ਹੀਟ ਐਂਡ ਇਲੈਕਟ੍ਰੀਸਿਟੀ ਕੈਨ ਬੀ ਪ੍ਰੋਡਿਊਸ। ਇਹ ਹੈਗਾ ਡਾਈਜੈਸਟਰ ਦੇ ਵਿੱਚ ਕਾਓ ਡੰਗ ਵੇਸਟੇਜ ਵਗੈਰਾ ਪਾ ਦਿੱਤੀ ਜਾਂਦੀ ਹੈਗੀ ਆ ਤਾਂ ਉਹਦੀ ਡੀਕੰਪੋਜੀਸ਼ਨ ਨਾਲ ਐਜ਼ ਏ ਰਿਜ਼ਲਟ, ਠੀਕ, ਮੀਥੇਨ ਗੈਸ ਨਿਕਲਦੀ ਆ ਅਤੇ ਉਹਨੂੰ ਅੱਗੇ ਬਰਨ ਕੀਤਾ ਜਾਂਦਾ ਅਤੇ ਟਰਬਾਈਨ ਚਲਾਈ ਜਾਂਦੀ ਹੈ, ਐਜ਼ ਏ ਰਿਜ਼ਲਟ ਜਨਰੇਟਰ ਚੱਲੇਗਾ ਅਤੇ ਬਾਇਓ ਗੈਸ ਐਨਰਜੀ ਨੂੰ ਯੂਜ਼ ਕੀਤਾ ਜਾਂਦਾ। ਅੱਜ ਕੱਲ੍ਹ ਬਾਇਓਫਿਊਲਸ ਯੂਜ਼ ਕੀਤੇ ਜਾਂਦੇ ਆ ਲਾਈਕ, ਠੀਕ ਹੈ, ਪਲਾਂਟਸ ਫੋਟੋਸਿੰਥੇਸਿਸ ਕਰਦੇ ਆ ਉਹਨਾਂ ਤੋਂ ਪੈਟਰੋਲੀਅਮ ਵਗੈਰਾ ਬਣਾ ਕੇ ਯੂ ਕੈਨ ਸੇ ਬਾਇਓਫਿਊਲਸ ਦੀ ਯੂਜ਼ ਕੀਤੀ ਜਾਂਦੀ ਹੈਗੀ ਹੈ। ਦੈਨ ਬਾਇਓ ਮਾਸ ਐਨਰਜੀ ਦੇ ਫਾਇਦੇ, ਇਹਦੇ ਨਾਲ ਕਾਰਬਨ ਡਾਈਆਕਸਾਈਡ ਘੱਟ ਨਿਕਲਦੀ ਹੈਗੀ ਆ। ਜਿੰਨੀ ਦੇਰ ਬਾਇਓਮਾਸ ਵੇਸਟ ਪ੍ਰੋਡਕਟ ਅਵੇਲੇਬਲ ਹੈਗੀ ਆ, ਜਿਵੇਂ ਪੱਤੇ ਵਗੈਰਾ, ਟਰੀਜ਼ ਵਗੈਰਾ ਦੀ ਫਸਲਾਂ ਦੀ ਰਹਿੰਦ ਖੂੰਹਦ, ਤਾਂ ਉਨੀ ਦੇਰ ਅਸੀਂ ਇਹਨਾਂ ਤੋਂ ਐਨਰਜੀ ਪ੍ਰੋਡਿਊਸ ਕਰ ਸਕਦੇ ਹਾਂ। ਔਰ ਵੇਸਟ ਤੋਂ ਵੀ ਸਮਾਰਟ ਵੇ ਆ ਕਿ ਵੇਸਟ ਤੋਂ ਤੁਸੀਂ ਐਨਰਜੀ ਪ੍ਰੋਡਿਊਸ ਕਰ ਸਕਦੇ ਹੋ। ਡਿਸਐਡਵਾਂਟੇਜ ਕੀ ਹੈ, ਵੇਸਟ ਨੂੰ ਕਲੈਕਟ ਕਰਨਾ, ਟਰਾਂਸਪੋਰਟ ਕਰਨਾ ਬਹੁਤ ਐਕਸਪੈਂਸਿਵ ਹੈ। ਇਹਦੇ ਨਾਲ ਵੇਸਟ ਮਟੀਰੀਅਲਾਂ ਨੂੰ ਸਾਰਾ ਸਾਲ ਅਵੇਲੇਬਲ ਨਹੀਂ ਹੁੰਦੇ, ਇਹਦੇ ਨਾਲ ਡੀਫਰੈਸਟੇਸ਼ਨ ਵੀ ਹੋ ਜਾਂਦੀ ਹੈਗੀ, ਜੰਗਲਾਂ ਨੂੰ ਕੱਟਦੇ ਹੈਗੇ ਆ। ਸਮ ਪੀਪਲ ਗਰੋ ਬਾਇਓਮਾਸ ਕਰੋਪ ਵੇਅਰ ਦੀ ਵੇਰ ਵੀ ਗੁੱਡ, ਕਈ ਲੋਕ ਫੂਡ ਦੀ ਜਗ੍ਹਾ ਫਿਰ ਇਹ ਵਾਲੀਆਂ ਫਸਲਾਂ ਉਗਾਉਣੀਆਂ ਸ਼ੁਰੂ ਕਰ ਦਿੰਦੇ ਆ। ਨੋਨ ਰੀਨੇਬਲ ਰਿਸੋਰਸਿਸ ਲਾਈਕ ਕੋਲਾ, ਪੈਟਰੋਲੀਅਮ, ਡੀਜ਼ਲ ਵਗੈਰਾ ਹੈਗਾ, ਜੇ ਇੱਕ ਵਾਰੀ ਯੂਜ਼ ਕਰਦੇ ਆ ਉਹਨਾਂ ਨੂੰ ਦੁਬਾਰਾ ਰੀਨਿਊ ਨਹੀਂ ਕੀਤਾ ਜਾਂਦਾ। ਨੋਨ ਰੀਨੇਬਲ ਐਨਰਜੀ ਰਿਸੋਰਸਿਸ, ਐਨਰਜੀ ਫਰੋਮ ਦੀ ਫੋਸਿਲ ਜਿਹੜੇ ਹੈਗੇ ਆ, ਕੋਲਾ, ਪੈਟਰੋਲੀਅਮ, ਕੋਲ, ਆਇਲ, ਨੈਚੁਰਲ ਗੈਸ, ਇਹ ਕੀ ਹੈ, ਡੈਡ ਪਲਾਂਟਸ ਐਂਡ ਐਨੀਮਲ ਮਿਲੀਅਨ ਆਫ ਈਅਰਸ ਪਹਿਲਾਂ ਧਰਤੀ ਦੀਆਂ ਲੇਅਰਸ 'ਚ ਬਰੀਡ ਹੋ ਗਏ, ਦਬ ਗਏ ਅਤੇ ਅੰਡਰ ਹਾਈ ਪ੍ਰੈਸ਼ਰ ਐਂਡ ਟੈਂਪਰੇਚਰ ਦੇ ਆਰ ਕਨਵਰਟਡ ਇਨਟੂ ਦੀ ਕੋਲ ਐਂਡ ਪੈਟਰੋਲੀਅਮ, ਠੀਕ ਹੈ। ਤਾਂ ਜਿਵੇਂ ਦਿਖਾਇਆ ਹੈਗਾ ਕਿ ਪਲਾਂਟਸ ਐਂਡ ਐਨੀਮਲਸ ਦੇ ਡੈਡ ਐਂਡ ਰਿਮੇਨਸ ਜੋ ਹੈ ਇਨ ਦੀ ਸੋਇਲ ਲੇਅਰਸ ਔਰ ਇਨ ਦੀ ਸੀ, ਤਾਂ ਇੱਦਾਂ ਨੈਚੁਰਲ ਗੈਸ ਵਗੈਰਾ ਬਣੀ, ਕੋਲ, ਪੈਟਰੋਲੀਅਮ ਗੈਸਾਂ ਵਗੈਰਾ ਬਣਦੀਆਂ ਹੈਗੀਆਂ। ਦੈਨ ਕੋਲ ਤੋਂ ਐਨਰਜੀ ਕਿਵੇਂ ਪ੍ਰੋਡਿਊਸ ਕੀਤੀ ਜਾਂਦੀ ਹੈ, ਕੋਲ ਨੂੰ ਬਰਨ ਕੀਤਾ ਜਾਂਦਾ ਅਤੇ ਪਾਣੀ ਨੂੰ ਗਰਮ ਕੀਤਾ ਜਾਂਦਾ ਉਹਦੀ ਹੈਲਪ ਨਾਲ, ਠੀਕ ਹੈ। ਐਜ਼ ਏ ਰਿਜ਼ਲਟ ਸਟੀਮ ਦੇ ਨਾਲ ਟਰਬਾਈਨ ਚਲਾਈ ਜਾਂਦੀ ਹੈ, ਟਰਬਾਈਨ ਦੀ ਸ਼ਾਫਟ ਜਨਰੇਟਰ ਨਾਲ ਕਨੈਕਟਡ ਹੈ, ਫਿਰ ਉਹ ਇਲੈਕਟ੍ਰੀਸਿਟੀ ਸਪਲਾਈ ਕੀਤੀ ਜਾਂਦੀ ਹੈ ਇੱਦਾਂ ਥਰਮਲ ਪਾਵਰ ਪਲਾਂਟ 'ਚ, ਠੀਕ ਹੈ, ਉਹ ਕੀਤੀ ਜਾਂਦੀ ਹੈਗੀ ਆ ਤੁਹਾਡੀ ਜੋ ਵੀ ਹੈ ਕੋਲ ਤੋਂ ਐਨਰਜੀ ਪ੍ਰੋਡਿਊਸ ਕੀਤੀ ਜਾਂਦੀ ਹੈ। ਇਹਦੇ ਐਡਵਾਂਟੇਜ ਅਤੇ ਡਿਸਐਡਵਾਂਟੇਜ, ਕੋਲ ਜਿਹੜਾ ਹੈਗਾ ਕੈਨ ਬੀ ਈਜ਼ਲੀ ਟਰਾਂਸਪੋਰਟਡ ਟੂ ਪਾਵਰ ਸਟੇਸ਼ਨ, ਚੀਪ ਐਨਰਜੀ ਸੋਰਸਿਸ ਹੈਗਾ। ਡਿਸਐਡਵਾਂਟੇਜ ਕੀ, ਇਹਦੇ ਨਾਲ ਕਾਰਬਨ ਡਾਈਆਕਸਾਈਡ, ਇਨਵਾਇਰਮੈਂਟ ਪੋਲਿਊਸ਼ਨ ਹੁੰਦਾ ਅਤੇ ਜਿਹੜੀਆਂ ਕੋਲ ਕੈਰੀ ਟ੍ਰੇਨਸ ਹੁੰਦੀਆਂ ਜਾਂ ਪਾਵਰ ਸਟੇਸ਼ਨ ਆ ਉਹ ਤੋਂ ਬਹੁਤ ਪੋਲਿਊਸ਼ਨ, ਅਤੇ ਕੋਲ ਮਾਈਨਸ 'ਚ ਲੋਕਾਂ ਨੂੰ, ਜਿਹੜੇ ਕੋਲ ਮਾਈਨਰਸ ਹੁੰਦੇ ਉਹਨਾਂ ਨੂੰ ਲੰਗ ਕੈਂਸਰ ਹੋ ਸਕਦਾ ਹੈਗਾ। ਦੈਨ ਕਰੂਡ ਆਇਲ, ਸੇਮ ਜਿਵੇਂ ਕੋਲ ਕੱਢਿਆ ਜਾਂਦਾ ਹੈਗਾ ਐਵੇਂ ਹੀ ਅੰਡਰ, ਠੀਕ ਹੈ, ਡਿਗਿੰਗ ਕਰਕੇ, ਜਿਵੇਂ ਬੰਬੇ ਹਾਈ ਦੇ ਵਿੱਚ ਹੈਗਾ ਪੈਟਰੋਲੀਅਮ ਕੱਢਿਆ ਜਾਂਦਾ, ਪੈਟਰੋਲੀਅਮ ਨੂੰ ਬਾਲਿਆ ਜਾਂਦਾ, ਬਰਨ ਕੀਤਾ ਜਾਂਦਾ, ਬੋਇਲਰ 'ਚ ਵਾਟਰ ਗਰਮ ਕੀਤਾ ਜਾਏਗਾ, ਸਟੀਮ ਦੇ ਨਾਲ ਟਰਬਾਈਨ ਚਲਾਈ ਜਾਂਦੀ ਹੈ, ਟਰਬਾਈਨ ਦੇ ਨਾਲ ਜਨਰੇਟਰ ਕਨੈਕਟਡ ਹੁੰਦਾ। ਸੇਮ ਸਾਰਿਆਂ 'ਚ ਸੇਮ ਹੀ ਪ੍ਰੋਸੈਸ ਹੈਗਾ, ਕਿਤੇ ਵਾਟਰ ਦੇ ਨਾਲ ਟਰਬਾਈਨ ਚਲਾਈ ਜਾ ਰਹੀ ਹੈ, ਕਿਤੇ ਵਿੰਡ ਦੇ ਨਾਲ ਅਤੇ ਕਿਤੇ ਸਟੀਮ ਦੇ ਨਾਲ, ਫਿਰ ਟਰਬਾਈਨ ਦੀ ਸ਼ਾਫਟ ਜਨਰੇਟਰ ਨਾਲ ਕਨੈਕਟਡ ਹੈ, ਸੇਮ ਸਾਰਾ ਕੁਝ ਹੈਗਾ। ਕਰੂਡ ਆਇਲ
ਜੋ ਹੈ ਕਰੂਡ ਆਇਲ ਅੰਡਰਗਰਾਊਂਡ ਮਿਲਦਾ ਹੈਗਾ ਧਰਤੀ ਦੀਆਂ ਲੇਅਰਾਂ ਦੇ ਵਿੱਚੋਂ, ਉਹਨੂੰ ਟਰਾਂਸਪੋਰਟ ਕੀਤਾ ਜਾਂਦਾ, ਫਿਰ ਉਹਨੂੰ ਫ੍ਰੈਕਸ਼ਨਲ ਡਿਸਟੀਲੇਸ਼ਨ ਕੀਤੀ ਜਾਂਦੀ ਹੈਗੀ। ਕਰੂਡ ਆਇਲ ਨੂੰ ਗਰਮ ਕੀਤਾ ਜਾਂਦਾ ਹੈਗਾ। ਤਾਂ ਸਭ ਤੋਂ ਪਹਿਲਾਂ 35 ਡਿਗਰੀ ਸੈਲਸੀਅਸ 'ਤੇ ਗੈਸ ਜਾਂ ਗੈਸੋਲੀਨ, ਘੱਟ ਟੈਂਪਰੇਚਰ 'ਤੇ LPG ਗੈਸ ਸੈਪਰੇਟ ਹੋ ਜਾਂਦੀ ਹੈ। ਇਹਨੂੰ ਅਸੀਂ ਐਜ਼ ਘਰਾਂ 'ਚ ਫਿਊਲ ਦੇ ਤੌਰ 'ਤੇ ਔਰ ਕਾਰਾਂ ਦੇ ਵਿੱਚ CNG ਗੈਸ ਨੂੰ ਯੂਜ਼ ਕਰਦੇ ਹਾਂ। ਫਿਰ 180 ਡਿਗਰੀ ਸੈਲਸੀਅਸ ਤੱਕ ਨੈਪਥਲੀਨ, ਠੀਕ ਹੈ, ਨੈਪਥਲੀਨ ਨੂੰ ਵੀ ਸਿੰਥੈਟਿਕ ਫਾਈਬਰ, ਫਰਟੀਲਾਈਜ਼ਰ, ਪੇਂਟ, ਰਬੜ ਬਣਾਉਣ ਲਈ ਯੂਜ਼ ਕੀਤਾ ਜਾਂਦਾ। ਫਿਰ 250 ਤੱਕ ਕੈਰੋਸਿਨ ਆਇਲ, ਕੈਰੋਸਿਨ ਆਇਲ ਨੂੰ ਆਇਲ ਹੀਟਰ ਜਾਂ ਐਰੋਪਲੇਨ ਜੈਟ ਵਗੈਰਾ ਚਲਾਉਣ ਲਈ ਯੂਜ਼ ਕੀਤਾ ਜਾਂਦਾ ਹੈਗਾ। 360 'ਤੇ ਲਾਈਟ ਫ੍ਰੈਕਸ਼ਨ ਆਇਲ, ਠੀਕ ਹੈ, ਇਹ ਟਰੱਕਾਂ ਲਈ ਫਿਊਲਸ ਹੁੰਦਾ ਜਿਵੇਂ ਡੀਜ਼ਲ ਵਗੈਰਾ। ਫਿਰ ਹੈਵੀ ਆਇਲ ਸ਼ਿਪ ਵਗੈਰਾ ਚਲਾਉਣ ਲਈ ਜਾਂ ਪਾਵਰ ਪਲਾਂਟ ਚਲਾਉਣ ਲਈ, ਔਰ ਜੋ ਬਚਦਾ ਉਹਨੂੰ ਅਸਫਾਲਟ ਕਹਿੰਦੇ ਹਾਂ, ਉਸ ਨੂੰ ਅਸੀਂ ਰੋਡ ਬਣਾਉਣ ਲਈ, ਲੁੱਕ ਬੋਲਦੇ ਆਮ ਲੈਂਗੁਏਜ 'ਚ ਯੂਜ਼ ਕੀਤਾ ਜਾਂਦਾ ਹੈਗਾ। ਅਤੇ ਇਹ ਦਿਖਾਇਆ ਹੈਗਾ ਫ੍ਰੈਕਸ਼ਨਲ ਡਿਸਟੀਲੇਸ਼ਨ, ਜਿੱਥੇ ਕਰੂਡ ਆਇਲ ਤੋਂ ਅਲੱਗ-ਅਲੱਗ ਪ੍ਰੋਡਕਟਸ ਨੂੰ ਸੈਪਰੇਟ ਕਰਦੇ ਆ, ਔਰ ਪਲਾਸਟਿਕ ਵੀ ਇਹ ਤੋਂ ਹੀ ਬਣਦਾ ਹੈਗਾ ਇਹਦੇ ਰਿਮੇਨਿੰਗਸ ਤੋਂ। ਹਾਊ ਡੂ ਗੈਟ ਦੀ ਆਇਲ ਫਰੋਮ ਦੀ ਗਰਾਊਂਡ ਬਾਈ ਦੀ ਡਿਗਿੰਗ ਪ੍ਰੋਸੈਸ, ਡਰਿਲਿੰਗ ਕਰਕੇ ਅਸੀਂ ਕਰੂਡ ਆਇਲ ਨੂੰ ਓਬਟੇਨ ਕਰਦੇ ਹਾਂ। ਐਡਵਾਂਟੇਜ ਕਰੂਡ ਆਇਲ, ਠੀਕ ਹੈ, ਕਈ ਜਗ੍ਹਾ 'ਤੇ ਪਾਇਆ ਜਾਂਦਾ ਹੈਗਾ, ਪਾਈਪਸ ਜਾਂ ਟੈਂਕਰ ਰਾਹੀਂ ਟਰਾਂਸਪੋਰਟੇਸ਼ਨ ਕੀਤੀ ਜਾਂਦੀ ਹੈ। ਇਹਦੀ ਐਡਵਾਂਟੇਜ ਬਰਨ ਕਰਨ 'ਤੇ ਕਾਰਬਨ ਡਾਈਆਕਸਾਈਡ ਨਿਕਲਦੀ ਹੈਗੀ ਹੈ, ਕਈ ਵਾਰੀ ਉੱਥੇ ਐਕਸੀਡੈਂਟ ਹੋ ਜਾਂਦੇ ਆ, ਜਾਂ ਆਇਲ ਸਪਿਲ ਹੋ ਗਿਆ ਇਨ ਦੀ ਸੀ, ਉਹਦੇ ਨਾਲ ਲਿਵਿੰਗ ਥਿੰਗਸ ਅਤੇ ਇਨਵਾਇਰਮੈਂਟ ਨੂੰ ਇਫੈਕਟ ਪੈਂਦਾ ਹੈਗਾ। ਨੈਚੁਰਲ ਗੈਸ, ਨੈਚੁਰਲ ਗੈਸ ਜੋ ਹੈ, ਜਿਵੇਂ ਅਸੀਂ ਜਿੱਥੋਂ ਆਇਲ ਕੱਢ ਰਹੇ ਹੈਗੇ ਆ, ਕਰੂਡ ਆਇਲ ਕੱਢ ਰਹੇ ਆ, ਉੱਥੋਂ ਹੀ ਨੈਚੁਰਲ ਗੈਸ ਪ੍ਰੋਡਿਊਸ ਹੁੰਦੀ ਹੈ। ਸੇਮ ਗੈਸ ਨੂੰ ਬਰਨ ਕਰਕੇ, ਵਾਟਰ ਗਰਮ ਕਰਕੇ, ਸਟੀਮ ਦੇ ਨਾਲ ਟਰਬਾਈਨ ਦੇ ਨਾਲ ਜਨਰੇਟਰ 'ਤੇ ਇਲੈਕਟ੍ਰੀਸਿਟੀ ਪ੍ਰੋਡਿਊਸ ਕੀਤੀ ਜਾਂਦੀ ਹੈ। ਨੈਚੁਰਲ ਗੈਸ ਨੂੰ ਅਸੀਂ ਵਹੀਕਲਸ ਦੇ ਵਿੱਚ ਐਜ਼ ਏ ਕੰਪਰੈਸ ਕਰਕੇ CNG, ਔਰ ਅੱਜ ਕੱਲ੍ਹ ਇਨ ਦੀ ਕਿਚਨਸ ਵੀ ਆਲਸੋ ਯੂਜ਼ਡ ਫॉर ਦੀ ਕੁਕਿੰਗ। ਨੈਚੁਰਲ ਗੈਸ ਤੋਂ ਇਲੈਕਟ੍ਰੀਸਿਟੀ ਕਿਵੇਂ ਪ੍ਰੋਡਿਊਸ ਕੀਤੀ ਜਾਂਦੀ ਹੈ, ਉਹੀ ਨੈਚੁਰਲ ਗੈਸ ਨੂੰ ਗਰਮ ਕਰਕੇ ਬਰਨ ਕੀਤਾ ਜਾਂਦਾ, ਅਤੇ ਉਹ ਤੋਂ ਸਟੀਮ ਪ੍ਰੋਡਿਊਸ ਕੀਤੀ ਜਾਏਗੀ, ਸਟੀਮ ਦੇ ਨਾਲ ਟਰਬਾਈਨ ਚਲਾਈ ਜਾਏਗੀ। ਇਹਨੂੰ ਵੀ ਪਾਈਪਾਂ ਰਾਹੀਂ ਟਰਾਂਸਪੋਰਟ ਕੀਤਾ ਜਾ ਸਕਦਾ ਹੈਗਾ। ਇਟ ਇਜ਼ ਨੋਨ ਰੀਨੇਬਲ ਰਿਸੋਰਸਿਸ, ਕਈ ਵਾਰੀ ਲੀਕੇਜ ਹੋ ਜਾਂਦੀ ਹੈ, ਕਲਰਲੈਸ ਆਰਡਰਲੈਸ ਗੈਸ ਹੈ, ਹਾਈਲੀ ਫਲੇਮੇਬਲ ਹੈਗੀ ਹੈ। ਦੈਨ ਨਿਊਕਲੀਅਰ ਐਨਰਜੀ, ਨਿਊਕਲੀਅਰ ਐਨਰਜੀ ਕਿਵੇਂ ਪ੍ਰੋਡਿਊਸ ਕੀਤੀ ਜਾਂਦੀ ਹੈਗੀ ਆ, ਯੂਰੇਨੀਅਮ ਦੀ ਫਿਸ਼ਨ ਦੇ ਨਾਲ। ਯੂਰੇਨੀਅਮ ਉੱਤੇ ਨਿਊਟਰੋਨ ਫਾਲ ਕਰਕੇ ਯੂਰੇਨੀਅਮ ਕੀ ਹੈ, ਸਮਾਲ ਬੇਰੀਅਮ ਕ੍ਰਿਪਟੋਨ 3 ਨਿਊਟਰੋਨ 'ਤੇ ਐਨਰਜੀ 'ਚ ਲੋਟ ਆਫ ਐਨਰਜੀ ਪ੍ਰੋਡਿਊਸ ਹੁੰਦੀ ਹੈ। ਉਸ ਐਨਰਜੀ ਦੇ ਨਾਲ ਵਾਟਰ ਦੀ ਸਟੀਮ ਬਣਾਈ ਜਾਂਦੀ ਹੈ, ਫਿਰ ਸਟੀਮ ਦੇ ਨਾਲ ਟਰਬਾਈਨ ਜਨਰੇਟਰ 'ਤੇ ਇਲੈਕਟ੍ਰੀਸਿਟੀ ਜਨਰੇਟ ਕੀਤੀ ਜਾਂਦੀ ਹੈ। ਨਿਊਕਲੀਅਰ ਫਿਸ਼ਨ ਰਿਐਕਸ਼ਨ ਹੁੰਦੀ ਹੈ ਇਹਦੇ ਵਿੱਚ। ਇਹ ਦਿਖਾਇਆ ਹੈਗਾ ਨਿਊਕਲੀਅਰ ਰਿਐਕਸ਼ਨ ਦੇ ਵਿੱਚ ਹੀਟ ਪ੍ਰੋਡਿਊਸ ਹੁੰਦੀ ਹੈ, ਜਿਹਦੇ ਨਾਲ ਸਟੀਮ ਪ੍ਰੋਡਿਊਸ ਹੋਏਗੀ, ਸਟੀਮ ਦੇ ਨਾਲ ਟਰਬਾਈਨ ਤੋਂ ਜਨਰੇਟਰ ਦੇ ਥਰੂ ਇਲੈਕਟ੍ਰੀਸਿਟੀ ਪ੍ਰੋਡਿਊਸ ਕੀਤੀ ਜਾਂਦੀ ਹੈਗੀ ਹੈ, ਠੀਕ ਹੈ। ਕੂਲਿੰਗ ਪਾਵਰਸ ਵਗੈਰਾ ਲਗਾਏ ਹੋਏ ਆ। ਹੁਣ ਨਿਊਕਲੀਅਰ ਰਿਐਕਟਰ ਦੇ ਬਾਰੇ ਅਗਰ ਡਿਟੇਲ 'ਚ ਪੜ੍ਹਨਾ ਹੈਗਾ, ਇਹਦੇ ਵਿੱਚ ਸੈਂਟਰ ਦੇ ਵਿੱਚ ਦੇਖੋ ਤੁਸੀਂ ਰੈੱਡ ਕਲਰ ਦੀਆਂ ਰੋਡਸ ਲੱਗੀਆਂ ਹੁੰਦੀਆਂ, ਜਿਹੜੀਆਂ ਕਿ ਐਕਸਟਰਾ ਨਿਊਟਰੋਨ ਨੂੰ, ਬੋਰੋਨ ਦੀਆਂ ਰੋਡਸ ਹੋਣਗੀਆਂ, ਐਕਸਟਰਾ ਨਿਊਟਰੋਨ ਨੂੰ ਅਬਜ਼ੋਰਬ ਕਰ ਲੈਣਗੀਆਂ, ਔਰ ਇਹਦੇ ਵਿੱਚ ਯੂਰੇਨੀਅਮ ਜਿਹੜਾ ਹੈਗਾ ਚੇਨ ਰਿਐਕਸ਼ਨ ਰਾਹੀਂ ਐਟਮਸ 'ਚ ਟੁੱਟੇਗਾ। ਬੇਰੀਅਮ ਕ੍ਰਿਪਟੋਨ 3 ਨਿਊਟਰੋਨਸ 'ਤੇ ਕੰਟਰੋਲਡ ਹੁੰਦੀ ਹੈ ਇਹਦੇ ਵਿੱਚ ਫਿਸ਼ਨ ਰਿਐਕਸ਼ਨ। ਇੱਕ ਪਾਸਿਓਂ ਦੀ ਗਰਮ ਠੰਡਾ ਪਾਣੀ ਪਾਇਆ ਜਾਂਦਾ, ਹੌਟ ਵਾਟਰ ਜਾਂ ਯੂ ਕੈਨ ਸੇ ਸਟੀਮ ਨੂੰ ਟਰਬਾਈਨ ਤੱਕ ਪਹੁੰਚਾਇਆ ਜਾਂਦਾ, ਟਰਬਾਈਨ ਤੋਂ ਟਰਬਾਈਨ ਘੁੰਮਦੀ ਹੈ, ਜਨਰੇਟਰ ਦੈਨ ਉਹਦੀ ਸ਼ਾਫਟ ਜਨਰੇਟਰ ਨਾਲ ਕਨੈਕਟਡ ਐਜ਼ ਏ ਰਿਜ਼ਲਟ ਜਨਰੇਟਰ ਘੁੰਮੇਗਾ, ਔਰ ਇਹ ਸਾਰਾ ਪ੍ਰੋਸੈਸ ਦਿਖਾਇਆ ਹੈਗਾ ਕਿਵੇਂ ਨਿਊਕਲੀਅਰ ਪਾਵਰ ਪਲਾਂਟ ਤੋਂ ਐਨਰਜੀ ਬਾਈ ਦੀ ਫਿਸ਼ਨ ਰਿਐਕਸ਼ਨ ਯੂਜ਼ ਕੀਤੀ ਜਾਂਦੀ ਹੈ। ਸਾਡੇ ਨਿਊਕਲੀਅਰ ਪਾਵਰ ਸਟੇਸ਼ਨ ਦਿਖਾਏ ਹੈ। ਇਹਦੇ ਐਡਵਾਂਟੇਜ, ਇਹਦੇ ਵਿੱਚੋਂ ਕਾਰਬਨ ਡਾਈਆਕਸਾਈਡ ਨਹੀਂ ਨਿਕਲਦੀ, ਪੋਲਿਊਸ਼ਨ ਨਹੀਂ ਹੁੰਦਾ, ਔਰ ਫਿਊਲ ਜਿਹੜਾ ਹੈਗਾ ਮਤਲਬ ਯੂਰੇਨੀਅਮ ਜਰਾ ਕੁ ਯੂਜ਼ ਕਰਾਂਗੇ ਤਾਂ ਲੋਟ ਆਫ ਐਨਰਜੀ ਪ੍ਰੋਡਿਊਸ ਹੁੰਦੀ ਹੈਗੀ ਹੈ। ਇਹਦੇ ਡਿਸਐਡਵਾਂਟੇਜ ਕੀ ਹੈ, ਫੋਸਿਲ ਫਿਊਲ ਨਾਲੋਂ ਜਿਹੜਾ ਨਿਊਕਲੀਅਰ ਫਿਊਲਸ ਹੈ, ਫੋਸਿਲ ਫਿਊਲਸ ਇਹ ਨੋਨ ਰੀਨੇਬਲ ਹੈ, ਪਰ ਇਹਨਾਂ ਤੋਂ ਰੇਡੀਏਸ਼ਨਸ ਨਿਕਲਦੀਆਂ ਜਿਹੜੀਆਂ ਇਨਵਾਇਰਮੈਂਟ, ਐਨੀਮਲਸ ਵਗੈਰਾ ਨੂੰ, ਹੈਲਥ ਨੂੰ ਇਫੈਕਟ ਕਰਦੀਆਂ ਹੈਗੀਆਂ। ਨਿਊਕਲੀਅਰ ਵੇਸਟ ਨੂੰ ਸਟੋਰ ਕਰਨਾ ਵੀ ਮੁਸ਼ਕਿਲ ਹੁੰਦਾ ਹੈਗਾ। ਡਿਸਐਡਵਾਂਟੇਜ ਸੀ ਨਿਊਕਲੀਅਰ ਵੇਸਟ ਜਿਹੜੀ ਹੈਗੀ ਹੈ ਡੇਂਜਰਸ ਹੁੰਦੀ ਹੈ, ਇਹ ਦਿਸ ਇਜ਼ ਹਾਰਮਫੁਲ ਫॉर ਦੀ ਮਟੀਰੀਅਲ,
ਠੀਕ ਹੈ, ਇਹਨੂੰ ਅੰਡਰਗਰਾਊਂਡ ਮਤਲਬ ਬਰੀ ਕਰਨਾ ਚਾਹੀਦਾ, ਦਬਾਉਣਾ ਚਾਹੀਦਾ ਹੈਗਾ, ਤਾਂ ਕਿ ਨਿਊਕਲੀਅਰ ਵੇਸਟ ਦੇ ਨਾਲ ਜਿਹੜੀਆਂ ਹੈਗੀਆਂ ਰੇਡੀਏਸ਼ਨਸ ਲਾਈਫ ਨੂੰ ਇਫੈਕਟ ਨਾ ਕਰਨ। ਇਹ ਸੀਗਾ ਆਲ ਅਬਾਊਟ ਦੀ ਐਨਰਜੀ ਰਿਸੋਰਸਿਸ। ਠੀਕ, ਜੀਓਥਰਮਲ ਐਨਰਜੀ, ਟਾਈਡਲ ਐਨਰਜੀ, ਵੇਵ ਐਨਰਜੀ, ਕਰੂਡ ਆਇਲ ਤੋਂ, ਫੋਸਿਲ ਫਿਊਲਸ ਤੋਂ, ਕੋਲ ਤੋਂ, ਪੈਟਰੋਲੀਅਮ, ਨੋਨ ਰੀਨੇਬਲ ਐਂਡ ਰੀਨੇਬਲ ਐਨਰਜੀ, all was geothermal energy, and many more topics are there. Thank you for watching the video. This is all about, now go through the questions and exercise. Thank you for watching the video.